ਹੈਲੋ ਕੈਨੇਡਾ ਪ੍ਰੋਗਰਾਮ ਵੇਖ ਰਹੇ ਆਪ ਸਭ ਦਰਸ਼ਕਾਂ ਨੂੰ ਮੇਜਰ ਸਿੰਘ ਨਾਗਰਾ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਔਰ ਅੱਜ ਦੇ ਇਸ ਖਾਸ ਪ੍ਰੋਗਰਾਮ ਦੇ ਵਿੱਚ ਇੱਕ ਵਾਰੀ ਫਿਰ ਤੁਹਾਡਾ ਨਿੱਘਾ ਸਵਾਗਤ। ਉਮੀਦ ਹੈ ਕਿ ਤੁਹਾਡੀਆਂ ਇਹ ਗਰਮੀਆਂ ਦੀਆਂ ਛੁੱਟੀਆਂ ਆਪਣੇ ਬੱਚਿਆਂ ਦੇ ਨਾਲ ਔਰ ਆਪਣੇ ਪਰਿਵਾਰਾਂ ਦੇ ਨਾਲ ਤੁਸੀਂ ਬਾਖੂਬੀ ਮਨਾ ਰਹੇ ਹੋਵੋਗੇ ਔਰ ਵੱਖ-ਵੱਖ ਥਾਵਾਂ ਦੇ ਉੱਤੇ ਵੀ ਜਾ ਰਹੇ ਹੋਵੋਗੇ, ਕਿਉਂਕਿ ਕੈਨੇਡਾ ਇੱਕ ਐਸਾ ਮੁਲਕ ਹੈ ਦੁਨੀਆ ਦਾ ਜਿੱਥੇ ਕਿ ਪਾਰਕ, ਝੀਲਾਂ, ਜੰਗਲਾਂ ਦੀ ਬਹੁਤ ਹੀ ਜ਼ਿਆਦਾ ਭਰਮਾਰ ਹੈ। ਤੁਹਾਡੇ ਘਰ ਦੇ ਲਾਗੇ, ਤੁਹਾਡੇ ਪ੍ਰੋਵਿੰਸ ਦੇ ਵਿੱਚ ਜਾਂ ਤੁਹਾਡੇ ਸ਼ਹਿਰ ਦੇ ਲਾਗੇ ਸ਼ਹਿਰ ਦੇ ਵਿੱਚ ਜ਼ਰੂਰ ਫੁੱਲਾਂ ਦੇ ਨਾਲ ਖਿੜਿਆ ਹੋਇਆ ਜ਼ਰੂਰ ਕੋਈ ਨਾ ਕੋਈ ਪਾਰਕ ਹੋਏਗਾ, ਤੇ ਜ਼ਰੂਰ ਆਪਣੇ ਬੱਚਿਆਂ ਨੂੰ, ਪਰਿਵਾਰਾਂ ਨੂੰ ਲੈ ਕੇ ਉੱਥੇ ਤੁਸੀਂ ਜਾਇਆ ਕਰੋ। ਔਰ ਇਸ ਦੇ ਨਾਲ ਹੀ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਜਿਵੇਂ ਕਹਿੰਦੇ ਨੇ ਨਾ ਜੀ, ਜਦੋਂ ਫੁਲਵਾੜੀ ਖਿਲੀ ਹੋਵੇ ਉਹਦੇ 'ਚ ਵੱਖ-ਵੱਖ ਰੰਗ, ਵੱਖ-ਵੱਖ ਫੁੱਲ ਖਿੜਦੇ ਨੇ, ਖੁਸ਼ਬੂਆਂ ਵੰਡਦੇ ਨੇ ਅਤੇ ਉਹਦੇ ਉੱਤੇ ਫਿਰ ਭੌਰੇ ਆਉਂਦੇ ਨੇ, ਤਿਤਲੀਆਂ ਆਉਂਦੀਆਂ ਨੇ, ਤੇ ਕਿੰਨਾ ਚੰਗਾ ਲੱਗਦਾ ਹੈ ਕੁਦਰਤ ਦਾ ਨਜ਼ਾਰਾ। ਇਸ ਕੁਦਰਤੀ ਨਜ਼ਾਰੇ ਦੇ ਵਿੱਚ ਜੇਕਰ ਆਪਾਂ ਵੱਖ-ਵੱਖ ਬੋਲੀਆਂ ਨੂੰ ਇਹਨਾਂ ਫੁੱਲਾਂ ਦੇ ਨਾਲ ਜੋੜ ਕੇ ਵੇਖੀਏ ਤਾਂ ਕੈਨੇਡਾ ਇੱਕ ਮਲਟੀਕਲਚਰਲ ਦੇਸ਼ ਹੈ, ਜਿਸ ਦੇ ਵਿੱਚ ਕਿ 200-250 ਤੋਂ ਵੱਧ ਜ਼ੁਬਾਨਾਂ ਬੋਲੀਆਂ ਜਾਂਦੀਆਂ ਹਨ, ਲਿਖੀਆਂ ਜਾਂਦੀਆਂ ਹਨ। ਅਖਬਾਰ, ਮੀਡੀਆ, ਰੇਡੀਓ ਸਭ ਇਹਨਾਂ ਜ਼ੁਬਾਨਾਂ ਦੇ ਵਿੱਚ ਚੱਲਦੇ ਹਨ। ਅਤੇ ਜਿਸ ਸ਼ਹਿਰ ਦੇ ਵਿੱਚ ਅਸੀਂ ਟੋਰਾਂਟੋ ਤੋਂ ਇਹ ਪ੍ਰੋਗਰਾਮ ਤੁਹਾਡੇ ਲਈ ਪੇਸ਼ ਕਰਦੇ ਹਾਂ, ਟੋਰਾਂਟੋ ਇੱਕ ਐਸਾ ਸ਼ਹਿਰ ਹੈ ਜਿੱਥੇ ਕਿ ਪੰਜਾਬੀਆਂ ਨੇ ਆ ਕੇ ਬੜੇ ਸ਼ੁਰੂਆਤ ਤੋਂ ਅੱਜ ਤੋਂ 100-150 ਸਾਲ ਪਹਿਲਾਂ ਤੋਂ ਜਿਹੜੀਆਂ ਜੀ ਇੱਥੇ ਤਕਰੀਬਨ 100 ਸਾਲ ਮਾਫ ਕਰਨਾ ਤੋਂ ਇੱਥੇ ਮੱਲਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਨੇ ਕਾਰੋਬਾਰਾਂ ਦੇ ਅਤੇ ਹੋਰ ਵੱਖ-ਵੱਖ ਖੇਤਰਾਂ ਦੇ ਵਿੱਚ। ਸੋ ਅਜਿਹੀ ਇੱਕ ਜਿਹੜੀ ਮੱਲ ਹੈ ਜੀ ਉਹ ਮਾਰੀ ਜਾ ਰਹੀ ਹੈ ਬੀਤੇ 8 ਸਾਲਾਂ ਤੋਂ। ਮਾਂ ਬੋਲੀ ਅਤੇ ਪੰਜਾਬੀ ਵਿਰਸੇ ਨੂੰ ਤੇ ਪੰਜਾਬੀ ਭਾਸ਼ਾ ਦੇ ਪ੍ਰਸਾਰ ਅਤੇ ਇਸ ਨੂੰ ਪ੍ਰਫੁੱਲਤ ਕਰਨ ਦੇ ਮਾਮਲੇ ਦੇ ਵਿੱਚ ਉਹ ਹੈ ਵਿਸ਼ਵ ਪੰਜਾਬੀ ਕਾਨਫਰੰਸ ਟੋਰਾਂਟੋ। ਜੀ ਹਾਂ, ਇੱਕੋ ਇੱਕ ਅਜਿਹੀ ਕਾਨਫਰੰਸ ਜਿਸ ਦੇ ਵਿੱਚ ਕਿ ਦੁਨੀਆ ਭਰ ਤੋਂ ਜਿਹੜੇ ਲੇਖਕ, ਬੁੱਧੀਜੀਵੀ, ਪੰਜਾਬੀ ਬੋਲੀ ਦੇ ਜਿਹੜੇ ਇਸ ਨੂੰ ਪਰਨਾਏ ਹੋਏ, ਇਸ ਦੇ ਨਾਲ ਸੰਬੰਧਿਤ, ਇਸ ਦੇ ਵਿੱਚ ਲੱਗੇ ਹੋਏ ਲੋਕ, ਜਿਹੜੇ ਭਾਸ਼ਾ ਦੇ ਨੂੰ ਅੱਗੇ ਵਧਾਉਣ ਦੇ ਵਿੱਚ ਲੱਗੇ ਹੋਏ ਲੋਕ ਆਉਂਦੇ ਨੇ। ਸੋ ਮੇਰੇ ਅੱਜ ਦੇ ਇਸ ਖਾਸ ਪ੍ਰੋਗਰਾਮ ਦੇ ਵਿੱਚ ਇਸ ਮਹਿਮਾਨ ਜੇਕਰ ਮੈਂ ਜ਼ਿਕਰ ਕਰਾਂ, ਉਹ ਆਪਣੇ ਆਪ ਦੇ ਵਿੱਚ ਬਹੁਤ ਖਾਸ ਹਨ। ਉਹਨਾਂ ਦੇ ਜਿਹੜੀ ਹੈ ਉਹਨਾਂ ਦੇ ਬਾਰੇ ਬੋਲਣਾ ਮੇਰੇ ਖਿਆਲ ਦੇ ਵਿੱਚ ਸੂਰਜ ਨੂੰ ਦੀਵਾ ਦਿਖਾਉਣ ਬਰਾਬਰ ਹੋਏਗਾ। ਸੋ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਤਾਰੁਫ ਆਪਣੇ ਮਹਿਮਾਨਾਂ ਦੇ ਨਾਲ ਕਰਾਉਣਾ। ਤਾਂ ਆਓ ਮਿਲਦੇ ਹਾਂ ਸਭ ਤੋਂ ਪਹਿਲਾਂ ਵਿਸ਼ਵ ਪੰਜਾਬੀ ਕਾਨਫਰੰਸ ਟੋਰਾਂਟੋ ਦੇ ਪੈਟਰਨ ਸਰਦਾਰ ਪ੍ਰਿਤਪਾਲ ਸਿੰਘ ਝੱਗਰ ਹੋਰਾਂ ਨਾਲ। ਸੋ ਝੱਗਰ ਸਾਹਿਬ, ਤੁਹਾਡਾ ਪ੍ਰੋਗਰਾਮ ਹੈਲੋ ਕੈਨੇਡਾ ਦੇ ਵਿੱਚ ਨਿੱਘਾ ਸਵਾਗਤ। ਜੀ ਆਇਆਂ ਨੂੰ। ਆਪ ਜੀ ਨੂੰ ਵੀ ਬਹੁਤ ਬਹੁਤ ਸ਼ੁਕਰੀਆ, ਆਪ ਨੇ ਸਾਨੂੰ ਇੱਥੇ ਬੁਲਾਇਆ ਔਰ ਸੱਦੇ ਦਿੱਤੇ ਔਰ ਬਹੁਤ ਅੱਛਾ ਕੰਮ ਕੀਤਾ। ਔਰ ਇਸ ਦੇ ਨਾਲ ਸਰਦਾਰ ਗਿਆਨ ਸਿੰਘ ਕੰਗ, ਇਹਨਾਂ ਨੂੰ ਕੌਣ ਨਹੀਂ ਜਾਣਦਾ, ਹਰ ਘਰ ਦੇ ਵਿੱਚ ਇਹਨਾਂ ਦੀ ਦੁਕਾਨ ਤੋਂ ਖਰੀਦਿਆ ਹੋਇਆ ਕੰਗ ਇਲੈਕਟ੍ਰੋਨਿਕਸ ਤੋਂ ਖਰੀਦਿਆ ਹੋਇਆ ਜਿਹੜਾ ਸਮਾਨ ਹੈ ਉਹ ਤੁਹਾਡੇ ਪੰਜਾਬ ਦੇ ਵਿੱਚ ਭੈਣਾਂ ਭਰਾਵਾਂ ਤੱਕ ਤੁਸੀਂ ਬੀਤੇ 40-50 ਸਾਲਾਂ 'ਚ ਪਹੁੰਚਾਇਆ। ਸੋ ਕੰਗ ਸਾਹਿਬ, ਤੁਹਾਡਾ ਪ੍ਰੋਗਰਾਮ ਹੈਲੋ ਕੈਨੇਡਾ 'ਚ ਨਿੱਘਾ ਸਵਾਗਤ। ਮੇਰੇ ਵੱਲੋਂ ਵੀ ਹੈਲੋ ਕੈਨੇਡਾ ਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਔਰ ਬਹੁਤ ਬਹੁਤ ਧੰਨਵਾਦ ਹੈ ਕਿ ਜਿਹੜਾ ਕਿ ਸਾਨੂੰ ਤੁਸੀਂ ਇੱਥੇ ਮੌਕਾ ਦਿੱਤਾ ਔਰ ਸਾਰਿਆਂ ਦੇ ਵਿਚਾਰ ਜੀ ਦੱਸਣ ਦਾ ਔਰ ਕੀ ਅਸੀਂ ਕੁਛ ਕਰ ਰਹੇ ਹਾਂ ਉਹਦੇ ਬਾਰੇ ਦੱਸਣ ਲਈ ਬਹੁਤ ਬਹੁਤ ਨਾਗਰਾ ਸਾਹਿਬ ਤੁਹਾਡਾ ਹੈਲੋ ਜੀ ਤੇ ਕੈਨੇਡਾ ਦਾ ਬਹੁਤ ਬਹੁਤ ਧੰਨਵਾਦ। ਉਹ ਕਹਿੰਦੇ ਨੇ ਨਾ ਜੀ, ਸੇਵਾ ਕਰਨੀ ਜ਼ਿੰਦਗੀ ਇਹ ਬਹੁਤ ਔਖੀ, ਇਹਦੇ 'ਚ ਲੱਖਾਂ ਮੁਸੀਬਤਾਂ ਜਿਹੜੀਆਂ ਹਨ ਜੀ ਉਹ ਇੰਨੀਆਂ ਸਖਾਲੀਆਂ ਨਹੀਂ ਤੇ ਇੰਨੀਆਂ ਮੁਸੀਬਤਾਂ ਝੱਲਣੀਆਂ ਪੈਂਦੀਆਂ ਨੇ। ਇਹ ਇੱਕ ਸ਼ੇਅਰ ਹੈ, ਪਰ ਮੈਂ ਸ਼ੇਅਰ ਦੇ ਵੱਲ ਦਾ ਧਿਆਨ ਜਿਹੜਾ ਜੀ ਮੈਂ ਤੁਹਾਡਾ ਦਿਵਾਉਣਾ ਚਾਹੁੰਦਾ ਉਸ ਦੇ ਵਿਚਲੇ ਭਾਵ ਦੇ ਨਾਲ। ਸੋ ਗਿਆਨ ਸਿੰਘ ਕੰਗ ਅਤੇ ਇਹਨਾਂ ਦੀ ਟੀਮ ਜਿਹੜੀ ਹੈ ਜੀ ਉਹ ਬੀਤੇ ਲੰਬੇ ਸਮੇਂ ਤੋਂ ਇਸ ਵਿਸ਼ਵ ਪੰਜਾਬੀ ਕਾਨਫਰੰਸ ਦੇ ਜ਼ਰੀਏ ਸੇਵਾ ਕਰਦੀ ਆ ਰਹੀ ਹੈ ਪੰਜਾਬੀ ਮਾਂ ਬੋਲੀ ਦੀ। ਸੋ ਕੰਗ ਸਾਹਿਬ, ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿ ਇਸ ਸਾਲ ਇਹ ਕਿੰਨਵੀਂ ਵਿਸ਼ਵ ਪੰਜਾਬੀ ਕਾਨਫਰੰਸ ਹੋ ਰਹੀ ਹੈ ਜੀ? ਜਿਹੜੀ ਕਿ ਕੈਨੇਡਾ ਵਿੱਚ ਤਾਂ 8ਵੀਂ ਆ, ਉਸ ਤੋਂ ਬਾਅਦ ਪਾਕਿਸਤਾਨ ਦੇ ਵਿੱਚ 2 ਕਾਨਫਰੰਸਾਂ ਹੋਈਆਂ, ਇੰਡੀਆ ਵਿੱਚ ਤਾਂ ਪਤਾ ਨਹੀਂ ਕਿੰਨੀਆਂ ਕਿ ਅਸੀਂ ਜਾ ਕੇ ਅਰੇਂਜ ਕੀਤੀਆਂ ਕਾਨਫਰੰਸਾਂ ਜੀ। ਔਰ ਮੇਰਾ ਖਿਆਲ ਹੈ ਜੇ ਗਿਣਨ ਲੱਗਾ ਤਾਂ ਮੇਰਾ ਖਿਆਲ ਗਿਣਤੀ ਐਡੀ ਵੱਡੀ ਹੋ ਜਾਣੀ ਆ। ਇਹ ਜਿਹੜੀ ਸਾਡੀ 9 ਦੇ ਵਿੱਚ ਪਹਿਲੀ ਵਰਲਡ ਪੰਜਾਬੀ ਕਾਨਫਰੰਸ ਹੋਈ ਸੀਗੀ, ਠੀਕ ਹੈ ਜੀ, ਤੇ ਉਦੋਂ ਤੋਂ ਲੈ ਕੇ ਦਾਸ ਨੂੰ ਪ੍ਰਧਾਨਗੀ ਦਾ ਅਹੁਦਾ ਮਿਲਿਆ ਔਰ ਆਪਣੀ ਕਲਮ ਦੇ ਨਾਲ ਪਤਾ ਨਹੀਂ ਕਿੰਨੇ ਹਜ਼ਾਰਾਂ ਬੰਦੇ ਜਿਹੜੇ ਆ ਇੱਥੇ ਕੈਨੇਡਾ ਵਿੱਚ ਆ ਗਏ। ਮੈਂ ਇਹ ਬੜਾ ਭਾਗਾਂ ਵਾਲਾ ਸਮਝਦਾ ਕਿ ਦਾਸ ਨੇ ਕਦੀ ਪਿੱਛਾ ਮੁੜ ਕੇ ਨਹੀਂ ਦੇਖਿਆ। ਨਹੀਂ ਤਾਂ ਤੁਹਾਨੂੰ ਪਤਾ ਵੀ ਅੱਜ ਕੱਲ੍ਹ ਕੋਈ ਸਪਾਂਸਰ ਕਰਨਾ ਆਪਣੇ ਬ੍ਰਦਰ ਨੂੰ ਵੀ ਨਹੀਂ ਸਪਾਂਸਰ ਕਰਦਾ, ਐਡੀ ਵੱਡੀ ਜ਼ਿੰਮੇਵਾਰੀ ਲੈਣੀ ਬੜੀ ਔਖੀ ਆ। ਕਿਉਂਕਿ ਮੈਨੂੰ ਇਹ ਨਹੀਂ ਗੱਲ ਕਿ ਮੈਂ ਕੋਈ ਵੀ ਬਾਹਲਾ ਜ਼ਿਆਦਾ ਇਸ ਗਿਆਨੀ ਹੈਗਾ, ਮੇਰੇ ਕੋਲ ਗਿਆਨ ਹੈ, ਪਰ ਇਹ ਆ ਦਾਸ ਨੂੰ ਜਿਹੜੀ ਜ਼ਿੰਮੇਵਾਰੀ ਦਿੱਤੀ ਆ ਉਹ ਪੂਰੀ ਆਪਣੀ ਨਿਭਾਈ ਆ ਔਰ ਬਿਨਾਂ ਕਿਸੇ
ਜੀ ਮਤਲਬ ਤੋਂ ਲੋਭ ਲਾਲਚ ਲੋਭ ਤੋਂ। ਕੰਗ ਸਾਹਿਬ ਕਈ ਵਾਰ ਨਾ ਤੁਹਾਡੇ ਤਾਂ ਵੈਸੇ ਨਾਂ ਦੇ ਵਿੱਚ ਹੀ ਗਿਆਨ ਹੈ ਜੀ, ਔਰ ਮੇਰੇ ਖਿਆਲ ਦੇ ਵਿੱਚ ਇਹ ਦੱਸਣ ਦੀ ਲੋੜ ਵੀ ਨਹੀਂ ਹੈਗੀ ਕਿ ਜਿਹੜੀ ਹੈ ਸੇਵਾ ਜਿਹੜੀ ਹੈ ਨਾ ਜਿਹੜੀ ਤੁਸੀਂ ਕੀਤੀ ਹੈ ਉਹ ਆਪ ਮੁਹਾਰੇ ਬੋਲਦੀ ਹੈ। ਆਪਾਂ ਆਫ ਦੀ ਏਅਰ ਵੀ ਗੱਲਾਂ ਕਰ ਰਹੇ ਸੀ ਕਿ ਕਿਵੇਂ ਲੋਕ ਆ ਕੇ ਉਹ ਕਹਿੰਦੇ ਨੇ ਜੀ ਅਸੀਂ ਤੁਸੀਂ ਸਾਨੂੰ ਸੱਦਿਆ ਸੀਗਾ, ਅਸੀਂ ਫਿਰ ਆਏ ਸੀ ਵਗੈਰਾ, ਜਿਵੇਂ ਵੀ ਹੈ ਨਾ ਜੀ ਆਪਾਂ ਫਿਰ ਇੱਥੇ ਫਿਰ ਉਹ ਬਾਅਦ ਚ ਆਉਂਦੇ ਨੇ ਨੰਬਰ ਆਪਣੇ ਬਣਾ ਕੇ ਪੂਰੇ ਪੁਆਇੰਟ ਲੈ ਕੇ। ਸੋ ਇਹਦੇ ਨਾਲ ਨਾਲ ਨਾ ਜੀ ਇੱਕ ਜਿਵੇਂ ਕਹਿੰਦੇ ਇੱਕ ਗੱਡੀ ਹੁੰਦੀ ਹੈ, ਇੱਕ ਗੜਵਾਨ ਹੁੰਦਾ ਤੇ ਇੱਕ ਮੂਹਰੇ ਲੱਗਣ ਵਾਲਾ ਜਿਹੜਾ ਉਹਨੂੰ ਖਿੱਚਣ ਵਾਲਾ ਜਿਵੇਂ ਕਹਿ ਲਓ ਹੈ ਨਾ ਜੀ ਇੱਕ ਆਪਾਂ ਇਨਸਾਨ ਹੁੰਦਾ ਜੀ। ਔਰ ਅਜਿਹਾ ਹੀ ਜਿਹੜਾ ਇੱਕ ਕੰਮ ਹੈ ਜੀ, ਜਿਹੜਾ ਇੱਕ ਇੰਜਣ ਦਾ ਕੰਮ ਜਿਹੜਾ ਕਰਨ ਦਾ ਜਿਹੜਾ ਸਿਹਰਾ ਹੈ ਜੀ, ਉਹ ਸਰਦਾਰ ਪ੍ਰਿਤਪਾਲ ਸਿੰਘ ਚੱਗਰ ਹੋਰਾਂ ਦੇ ਹਿੱਸੇ ਆਉਂਦਾ, ਜਿਹੜੇ ਕਿ ਇਸ ਵਿਸ਼ਵ ਪੰਜਾਬੀ ਕਾਨਫਰੰਸ ਟੋਰਾਂਟੋ ਦੇ ਸਰਪ੍ਰਸਤ ਹਨ, ਔਰ ਜਿਹਨੂੰ ਆਪਾਂ ਅੰਗਰੇਜ਼ੀ 'ਚ ਪੈਟਰਨ ਕਹਿ ਲੈਂਦੇ ਹਾਂ। ਔਰ ਇਹਦਾ ਮਤਲਬ ਇਹ ਵੀ ਹੋ ਜਾਂਦਾ ਜੀ ਕਿ ਖੀਸਾ ਉਹਨਾਂ ਦਾ, ਜੇਬ ਉਹਨਾਂ ਦੀ, ਤੇ ਬਾਕੀ ਜਿਹੜੀ ਹੈ ਸਾਰੀ ਟੀਮ ਉਹਦੇ 'ਚ ਸੇਵਾ ਜਿਹੜੀ ਉਹਨਾਂ ਤੋਂ ਲੈਂਦੀ ਹੈ। ਸੋ ਤੁਹਾਡਾ ਬਹੁਤ ਬਹੁਤ ਇੱਕ ਵਾਰ ਤਾਂ ਤੁਹਾਨੂੰ ਪੈਟਰਨ ਬਣਨ ਦੇ ਲਈ ਸ਼ੁਭ ਕਾਮਨਾਵਾਂ। ਸੋ ਤੁਸੀਂ ਦੱਸੋ ਚੱਗਰ ਸਾਹਿਬ, ਜਿਹੜੀ ਵਿਸ਼ਵ ਪੰਜਾਬੀ ਕਾਨਫਰੰਸ ਹੈ ਜਾਂ ਪੰਜਾਬੀ ਦੇ ਨਾਲ ਸੰਬੰਧਿਤ ਜਿਹੜੀ ਇਹ ਇੱਕ ਉਪਰਾਲਾ ਹੋਣ ਜਾ ਰਿਹਾ, ਇਹ ਕਿੰਨੀ ਤਾਰੀਖ ਨੂੰ ਹੋਣ ਜਾ ਰਿਹਾ ਤੇ ਕਿੱਥੇ ਹੋਣ ਜਾ ਰਿਹਾ ਜੀ? ਬੇਨਤੀ ਹੈ ਜੀ, ਪਹਿਲਾਂ ਤਾਂ ਵਿਸ਼ਵ ਪੰਜਾਬੀ ਕਾਨਫਰੰਸ ਜਿਹੜੀ ਹੈ ਜੀ, ਜਿਹੜੀ ਕਿ 8ਵੀਂ ਇੱਥੇ ਕੈਨੇਡਾ ਦੇ ਵਿੱਚ ਹੋ ਰਹੀ ਹੈ, ਉਹਦੇ ਬਾਰੇ ਮੈਨੂੰ ਦੱਸਦੇ ਬੜੀ ਖੁਸ਼ੀ ਹੁੰਦੀ ਹੈ ਕਿ ਮੈਨੂੰ ਦਾਸ ਨੂੰ ਸੇਵਾ ਦਾ ਮੌਕਾ ਦਿੱਤਾ ਹੈ ਜੀ। ਮੈਂ ਆਪਣੇ ਪੈਟਰਨ ਤਾਂ ਨਹੀਂ ਕਹਾਂਗਾ, ਬਾਕੀ ਮੈਂ ਸੇਵਾਦਾਰੀ ਕਹਾਂਗਾ। ਬਹੁਤ ਅੱਛਾ। ਲੇਕਿਨ ਇਸ ਦੇ ਵਿੱਚ ਕਿਉਂ ਮੈਨੂੰ ਇੰਨਾ ਅੱਛਾ ਲੱਗਾ, ਔਰ ਜਿੱਥੇ ਵੀ ਪੰਜਾਬੀਅਤ ਦੀ ਗੱਲ ਆਉਂਦੀ ਹੈ ਉੱਥੇ ਮੇਰਾ ਦਿਲ ਖੜਾ ਹੋ ਜਾਂਦਾ ਹੈ। ਕਿਉਂ ਹੋ ਜਾਂਦਾ ਹੈ ਕਿ ਅਸੀਂ ਉਸ ਧਰਤੀ ਤੋਂ ਆਏ ਹਾਂ। ਇਹ ਪੰਜਾਬ ਜਿਹੜੀ ਧਰਤੀ ਹੈਗੀ ਹੈ ਇਹ ਸਾਡੀ ਨਹੀਂ ਇਕੱਲਿਆਂ ਦੀ। ਇਹਦੇ ਵਿੱਚ ਜਿੰਨੇ ਵੀ ਜੀਵ ਰਹਿਣ ਵਾਲੇ ਨੇ, ਚਾਹੇ ਉਹ ਮੁਸਲਮਾਨ ਨੇ, ਚਾਹੇ ਉਹ ਹਿੰਦੂ ਨੇ, ਚਾਹੇ ਈਸਾਈ ਨੇ, ਚਾਹੇ ਸਿੱਖ ਨੇ, ਜੋ ਵੀ ਪੰਜਾਬ ਦੇ ਵਿੱਚ ਰਹਿ ਰਿਹਾ ਹੈ ਉਸ ਦੀ ਬੋਲੀ ਪੰਜਾਬੀ ਹੈ, ਉਹਦੀ ਮਾਂ ਬੋਲੀ ਪੰਜਾਬੀ ਹੈ। ਬਹੁਤ ਅੱਛਾ। ਔਰ ਸਾਨੂੰ ਚਾਹੀਦਾ ਹੈ ਕਿ ਸਾਰੇ ਰਲ ਮਿਲ ਕੇ ਔਰ ਇਸ ਪੰਜਾਬੀਅਤ ਨੂੰ, ਇਸ ਪੰਜਾਬੀ ਨੂੰ ਅੱਗੇ ਤੋਰੀਏ, ਨਾ ਕਿ ਸਿਰਫ ਇਕੱਲੇ ਇੱਕ ਹੀ ਧਰਮ ਦੀ ਹੈ। ਕੋਈ ਧਰਮ ਦੀ ਨਹੀਂ ਹੈ, ਇਹ ਸਾਰਿਆਂ ਦੀ ਜੋ ਵੀ ਉੱਥੇ ਜੰਮ ਪਲੇ ਹੋਏ ਨੇ ਉਹ ਆਦੀ ਹੈ। ਇਸ ਵਾਸਤੇ ਮੈਂ ਬੇਨਤੀ ਕਰਾਂਗਾ ਸਾਰਿਆਂ ਨੂੰ ਹੀ ਇਸ ਵੇਲੇ ਪਹਿਲਾਂ ਕਿ ਜੋ ਸਾਡੀ ਵਿਸ਼ਵ ਪੰਜਾਬੀ ਕਾਨਫਰੰਸ ਹੋ ਰਹੀ ਹੈ ਉਹ ਚਾਹੇ ਕਿਸੇ ਵੀ ਕਿੱਤੇ ਦਾ ਹੈ, ਜੋ ਪੰਜਾਬ ਤੋਂ ਬਿਲੋਂਗ ਕਰਦਾ ਹੈ, ਉਹ ਜ਼ਰੂਰ ਇਸ ਕਾਨਫਰੰਸ ਵਿੱਚ ਸ਼ਿਰਕਤ ਕਰੇ, ਹਿੱਸਾ ਪਾਵੇ ਔਰ ਇਸ ਨੂੰ ਵੱਧ ਚੜ੍ਹ ਕੇ ਬਣਾਵੇ। ਬਾਕੀ ਮੈਨੂੰ ਹੁਕਮ ਹੋਇਆ ਹੈ ਕਿ ਦੱਸਣ ਨੂੰ ਕਿ ਇਹਦਾ ਵਿਸ਼ਾ ਕੀ ਹੈ, ਸਮਕਾਲੀ ਦੌਰ ਵਿੱਚ ਵਿਸ਼ਵ ਪੰਜਾਬੀ ਸੱਭਿਆਚਾਰ ਜੀ, ਇਹ ਹੈ ਇਸ ਦਾ ਵਿਸ਼ਾ। ਔਰ ਇਹ ਕਿੱਥੇ ਹੋ ਰਹੀ ਹੈ? 29 ਔਰ 30 ਜੁਲਾਈ ਨੂੰ ਹੋ ਰਹੀ ਹੈ। ਇਹ ਸੈਂਚੁਰੀ ਗਾਰਡਨ ਰੈਕ੍ਰੀਏਸ਼ਨ ਸੈਂਟਰ ਹੈ ਜੀ, ਜਿਹੜਾ ਕਿ 340 ਵੁਡਨ ਸਟਰੀਟ ਈਸਟ ਬਰੈਂਪਟਨ ਵਿੱਚ ਹੈ। ਬਹੁਤ ਅੱਛੇ। ਔਰ ਉੱਥੇ ਹੋਏਗੀ। ਬਹੁਤ ਅੱਛੇ। ਸੋ ਮੈਂ ਸਮਝਦਾ ਕਿ ਜਿਹੜਾ ਵਿਸ਼ਾ ਤੁਸੀਂ ਇਸ ਵਾਰੀ ਚੁਣਿਆ, ਕਿਉਂਕਿ 2 ਦਿਨ ਦਾ ਇਹ ਇੱਕ ਸੰਮੇਲਨ ਜਾਂ ਕਾਨਫਰੰਸ ਹੈ ਔਰ 8ਵੀਂ ਵਾਰ ਹੋ ਰਿਹਾ। ਸੋ ਕੰਗ ਸਾਹਿਬ, ਜਿੱਥੋਂ ਤੱਕ ਤਿਆਰੀਆਂ ਨੇ, ਮੈਨੂੰ ਪਤਾ ਹੈ ਕਿ ਪੂਰੀ ਵੱਡੀ ਟੀਮ ਹੈ ਜਿਹਦੇ ਵਿੱਚ ਬਹੁਤ ਸਾਰੇ ਸਾਡੇ ਜਿਹੜੇ ਮੈਂਬਰ ਨੇ, ਉਹ ਆਉਣ ਵਾਲੇ ਦਿਨਾਂ 'ਚ ਅਸੀਂ ਕੋਸ਼ਿਸ਼ ਕਰਾਂਗੇ ਉਹਨਾਂ ਨੂੰ ਵੀ ਤੁਹਾਡੇ ਰੂਬਰੂ ਕਰਾਉਣ ਦੀ। ਸੋ ਇਹਦੀਆਂ ਤਿਆਰੀਆਂ ਕਿੰਨੀਆਂ ਕੁ ਚੱਲ ਰਹੀਆਂ ਨੇ, ਕੀ ਹੋ ਰਿਹਾ ਉਹਦੇ ਬਾਰੇ ਥੋੜ੍ਹਾ ਜਿਹਾ, ਤੇ ਬਾਕੀ ਨਾਲ ਦੀ ਨਾਲ ਅਪੀਲ ਕਰੋ ਜਿਹੜੇ ਹੈਲੋ ਕੈਨੇਡਾ ਦੇ ਦਰਸ਼ਕ ਨੇ ਕਿ ਉਹ ਜਿਹੜੇ ਸ਼ਹਿਰੋਂ ਬਾਹਰ ਵੀ ਰਹਿੰਦੇ ਨੇ, ਜਿਹੜੇ ਵੇਖ ਵੀ ਰਹੇ ਹਨ, ਉਹ ਜ਼ਰੂਰ ਆਉਣ ਤੇ ਵੇਖਣ ਜੀ। ਕਿਉਂਕਿ ਅਸੀਂ ਜਿਹੜੀਆਂ ਤਿਆਰੀਆਂ ਤਕਰੀਬਨ ਸਾਡੀਆਂ 2-3 ਮਹੀਨੇ ਹੋ ਗਏ ਲਗਾਤਾਰ ਹੀ, ਸਪਾਂਸਰਸ਼ਿਪ ਉਹਨਾਂ ਦੇ ਲੈਟਰ ਜੋ ਉਹਨਾਂ ਨੇ ਪੇਪਰ ਪੜ੍ਹਨੇ ਆ ਉਹ ਸਾਡੇ ਕੋਲ ਤਕਰੀਬਨ ਉਹਨਾਂ ਦੇ ਪਹੁੰਚ ਗਏ, ਮੁਕੰਮਲ ਹੋ ਗਿਆ। ਔਰ ਅਸੀਂ ਜਿਹੜਾ ਆ ਫਾਈਨਲ ਜਿਹੜਾ ਆ ਇੰਡੀਆ ਵਿੱਚ ਅਸੀਂ ਲੈ ਆਪਣੇ ਬੰਦੇ, ਔਰ ਦਿੱਲੀ ਲੈ ਆ, ਜਲੰਧਰ ਵਿੱਚ ਲੈ, ਉਹ ਪੇਪਰ ਜਿਹੜੇ ਸਾਨੂੰ ਭੇਜ ਰਹੇ ਆ। ਕਿਉਂਕਿ ਤੇ ਪਾਕਿਸਤਾਨ ਵਿੱਚ ਲਾਹੌਰ ਦੇ ਵਿੱਚ ਸਾਡੇ ਹੈਗੇ ਜਿਨ੍ਹਾਂ ਨੇ ਪੇਪਰ ਉਹਨਾਂ ਕੋਲ ਪਹਿਲਾਂ ਜਾਣੇ, ਉਹਨਾਂ ਨੇ ਪੇਪਰ ਪੜ੍ਹਨੇ ਵੀ ਪੜ੍ਹਨ ਯੋਗ ਹੈਗਾ। ਇਹ ਮੁੜ ਕੇ ਜਿਹੜਾ ਆ ਸਾਡੇ ਕੋਲ ਆਉਣਾ, ਅਸੀਂ ਦੇਖਣਾ ਵੀ ਇਹ ਸਾਡੀ ਜਿਹੜੀ ਕਾਨਫਰੰਸ ਹੋ ਰਹੀ ਆ ਉਹਦੇ ਬਰਾਬਰ ਦੇ ਹੈਗੇ ਆ, ਮੇਜ਼ ਦੇ ਹੈਗੇ। ਕਿਉਂਕਿ ਜਿੰਨੀਆਂ ਵੀ ਅਸੀਂ ਕਾਨਫਰੰਸਾਂ ਕਰਾਈਆਂ ਆ ਉਹ ਇਸ ਲੈਵਲ ਦੀਆਂ ਕਰਾਈਆਂ ਕਿ ਹਾਲੇ ਤੱਕ ਵੀ ਲੋਕੀ ਦੇਖ ਰਿਹਾ ਵੀ ਕਦੋਂ ਅਸੀਂ ਦੂਜੀ ਕਾਨਫਰੰਸ ਕਰਾਈਏ ਤੇ ਅਸੀਂ ਜਾ ਕੇ ਉੱਥੇ ਉਹਨਾਂ ਦੇ ਵਿਚਾਰ ਸੁਣੀਏ। ਕਿਉਂਕਿ ਅਸੀਂ ਜਿਹੜੀ ਕਾਨਫਰੰਸ ਆ ਇਹੋ ਜਿਹੀ ਨਹੀਂ ਕਰਾ ਰਹੇ ਵੀ ਕਿਉਂਕਿ ਵੀ ਜਿਹੜੀ ਲੋਕੀ ਕਹਿਣ ਵੀ ਇਹ ਤਾਂ ਹੋ ਚੁੱਕੀਆਂ ਆਲਰੇਡੀ। ਅਸੀਂ ਲਹਿੰਦੀ ਕਾਨਫਰੰਸ ਸਾਡੀ ਹੁੰਦੀ ਆ, ਔਰ ਜਿਹੜੀ ਸਾਡੀ ਕਾਨਫਰੰਸ ਆ ਉਹਦੇ ਵਿੱਚ ਕੋਈ ਫੀਸ ਨਹੀਂ। ਇੰਡੀਆ ਤੋਂ ਕੋਈ ਬੰਦਾ ਵੀ ਆਵੇ ਉਹਦੀ ਕੋਈ ਫੀਸ ਨਹੀਂ ਗੀ, ਜਿਹੜਾ ਇੱਥੇ ਵੀ ਆ ਉਹਦੀ ਕੋਈ ਫੀਸ ਨਹੀਂ, ਐਂਟਰੀ ਫ੍ਰੀ ਆ। ਔਰ ਸਵੇਰ ਨੂੰ ਬ੍ਰੇਕਫਾਸਟ ਔਰ ਲੰਚ ਜੀ, ਸਾਰਾ ਦਿਨ ਚਾਹ ਚੱਲੂਗੀ ਤੇ ਕੋਈ ਵੀ ਉੱਥੇ ਆਣ ਕੇ ਬੋਰ ਨਹੀਂ ਹੋਊਗਾ। ਵਧੀਆ ਜਿਹੜੇ ਉੱਥੇ ਤੁਹਾਨੂੰ
ਉੱਥੇ ਪੇਪਰ ਬੁਲਾਰੇ ਜਿਹੜੇ ਆ ਦੱਸਣਗੇ ਕਿ ਸਾਡੀਆਂ ਇੱਥੇ ਕੀ ਪ੍ਰੋਬਲਮ ਆ, ਇੰਡੀਆ ਵਿੱਚ ਕੀ ਪ੍ਰੋਬਲਮ ਆ, ਇੰਗਲੈਂਡ ਦੇ ਵਿੱਚ ਕੀ ਪ੍ਰੋਬਲਮ, ਉੱਥੋਂ ਸਾਡੇ ਕੋਲ ਸਪੈਸ਼ਲ ਬੰਦੇ ਗੈਸਟ ਆ ਰਹੇ ਆ। ਤੇ ਕੋਈ ਵੀ ਕੰਟਰੀ ਅਸੀਂ ਇਹੋ ਜਿਹੀ ਨਹੀਂ ਛੱਡੀ ਜਿਹੜੀ ਕਿ ਸਾਡੇ ਕੋਲ ਬੁਲਾਰੇ ਨਹੀਂ ਆ ਰਹੇ। ਅਸੀਂ ਚਾਹੁੰਦੇ ਆ ਵੀ ਹਰ ਇੱਕ ਜਿਹੜਾ ਆ ਲੋਕਾਂ ਦੇ ਪ੍ਰਤੀਨਿਧ ਕਰਨ ਔਰ ਆਪਣੇ ਵਿਚਾਰ ਆਪਣੀ ਕੰਟਰੀ ਦੇ, ਔਰ ਅਸੀਂ ਉਹਨਾਂ ਦੇ ਵਿਚਾਰ ਸੁਣੀਏ, ਔਰ ਸਾਡੇ ਜਿਹੜੇ ਇੱਥੇ ਦੇ ਬੰਦੇ ਆ ਆਪਣੇ ਵਿਚਾਰ ਉਹਨਾਂ ਨੂੰ ਦੱਸਣ ਵੀ ਸਾਡੇ ਵਿੱਚ ਆਹ ਚੀਜ਼ ਹੈ। ਬਹੁਤ ਵਧੀਆ ਜੀ। ਔਰ ਵਿਸ਼ਵ ਪੰਜਾਬੀ ਕਾਨਫਰੰਸ ਦੇ ਲਈ ਸ਼ੁਭ ਕਾਮਨਾਵਾਂ ਅਸੀਂ ਅਦਾਰਾ ਪੰਜਾਬ ਸਟਾਰ ਅਤੇ ਹੈਲੋ ਕੈਨੇਡਾ ਵੱਲੋਂ ਤੁਹਾਨੂੰ ਅਗੇਤ ਦੇ ਵਿੱਚ ਦਿੰਦੇ ਹਾਂ ਜੀ। ਔਰ ਸਾਡੀ ਪੂਰੀ ਕੋਸ਼ਿਸ਼ ਰਹੇਗੀ ਕਿ ਅਸੀਂ ਆਪਣੇ ਦਰਸ਼ਕਾਂ ਤੱਕ ਇਹ ਜਿਹੜੀ ਜਾਣਕਾਰੀ ਉਹ 2 ਦਿਨ ਲਗਾਤਾਰ ਪਹੁੰਚਾਉਂਦੇ ਰਹੀਏ। ਔਰ ਉਸ ਤੋਂ ਪਹਿਲਾਂ ਵੀ ਇੱਕ ਛੋਟੀ ਜਿਹੀ ਬ੍ਰੇਕ ਲੈਂਦੇ, ਔਰ ਉਸ ਬ੍ਰੇਕ ਤੋਂ ਬਾਅਦ ਅਸੀਂ ਤੁਹਾਨੂੰ ਦੱਸਾਂਗੇ ਕਿ ਇਸ ਵਿਸ਼ਵ ਪੰਜਾਬੀ ਕਾਨਫਰੰਸ ਦੇ ਵਿੱਚ ਜਿਹੜੇ ਵੀ ਦਰਸ਼ਕ ਬਰੈਂਪਟਨ ਜਾਂ ਆਸ-ਪਾਸ ਦੇ ਇਲਾਕੇ ਜੇ ਤੁਸੀਂ ਰਹਿੰਦੇ ਹੋ ਤਾਂ ਆਓਗੇ ਤਾਂ ਤੁਹਾਡੇ ਲਈ ਹੋਰ ਕੀ ਕੁਝ ਉਸ ਦੇ ਵਿੱਚ ਨਵਾਂ ਨਵੇਕਲਾ ਹੋਏਗਾ। ਸੋ ਵਾਪਸ ਆਉਂਦੇ ਇੱਕ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਤੋਂ ਬਾਅਦ। ਹੈਲੋ ਕੈਨੇਡਾ ਦੇ ਵਿੱਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ। ਅੱਜ ਦੇ ਪ੍ਰੋਗਰਾਮ ਦੇ ਵਿੱਚ ਇੱਕ ਵਾਰੀ ਫੇਰ ਅਸੀਂ ਗੱਲਬਾਤ ਦਾ ਸਿਲਸਿਲਾ ਅੱਗੇ ਤੋਰਦੇ ਹੋਏ ਵਿਸ਼ਵ ਪੰਜਾਬੀ ਕਾਨਫਰੰਸ ਟੋਰਾਂਟੋ, ਜੋ ਕਿ 29 ਤੇ 30 ਜੁਲਾਈ ਨੂੰ ਟੋਰਾਂਟੋ ਦੇ ਲਾਗਲੇ ਬਰੈਂਪਟਨ ਸ਼ਹਿਰ ਦੇ ਵਿੱਚ ਹੋਣ ਜਾ ਰਹੀ ਹੈ, ਜਿਸ ਦੇ ਵਿੱਚ ਕਿ ਬਹੁਤ ਸਾਰੇ ਦੇਸ਼ਾਂ ਤੋਂ ਵੱਖ-ਵੱਖ ਬੁਲਾਰੇ ਆਪਣੇ ਪਰਚੇ ਲੈ ਕੇ ਹਾਜ਼ਰ ਹੋਣਗੇ, ਜਿਵੇਂ ਕਿ ਪਹਿਲੇ ਭਾਗ ਦੇ ਵਿੱਚ ਤੁਸੀਂ ਸਾਡੇ ਮਹਿਮਾਨਾਂ ਤੋਂ ਸੁਣਿਆ। ਸੋ ਆਓ ਵੇਖਦੇ ਹਾਂ ਕਿ ਇਸ ਵਿਸ਼ਵ ਪੰਜਾਬੀ ਕਾਨਫਰੰਸ ਦੇ ਵਿੱਚ ਹੋਰ ਕੀ ਕੁਝ ਨਵੇਕਲਾ ਇਸ ਸਾਲ ਹੋਣ ਜਾ ਰਿਹਾ। ਸੋ ਚੱਕਰ ਸਾਹਿਬ, ਹਰ ਵਾਰੀ ਇਹ ਅਕਸਰ ਆਪਾਂ ਦੇਖਦੇ ਹਾਂ, ਜਿਵੇਂ ਕੰਗ ਸਾਹਿਬ ਨੇ ਵੀ ਗੱਲ ਆਖੀ ਹੈ ਕਿ ਪਰਚੇ ਪੜ੍ਹ ਦਿੱਤੇ ਗਏ ਔਰ ਉਸ ਤੋਂ ਬਾਅਦ ਫਿਰ ਉਹਨਾਂ ਪਰਚਿਆਂ ਤੋਂ ਬਾਅਦ ਫਿਰ ਜਿਹੜਾ ਜੀ ਉਹ ਕਾਨਫਰੰਸ ਜਿਹੜੀ ਆ ਉਹ ਗਾਂ ਕੁਛ ਸੈਸ਼ਨ ਚੱਲਦੇ ਨੇ ਤੇ ਫਿਰ ਉਹ ਅਗਲੇ ਸਾਲ ਦੀਆਂ ਤਿਆਰੀਆਂ ਦੀ ਹੋ ਜਾਂਦੀਆਂ ਜੀ ਸ਼ੁਰੂ। ਤੋ ਇਸ ਵਾਰੀ ਕੀ ਤੁਸੀਂ ਸਮਝਦੇ ਹੋ ਕਿ ਵੱਖਰਾ ਕੀ ਕਰਨ ਜਾ ਰਹੇ ਹੋ? ਸਭ ਤੋਂ ਵੱਡੀ ਵੱਖਰੀ ਚੀਜ਼ ਇਹ ਹੋ ਰਹੀ ਹੈ ਕਿ ਜੋ ਬੁਲਾਰੇ ਆ ਰਹੇ ਨੇ ਤੇ ਉਹਨਾਂ ਦੇ ਵਾਸਤੇ ਅਸੀਂ ਇੱਕ ਸਪੈਸ਼ਲ ਟੀਮ ਰੱਖੀ ਹੈ ਜੱਜਾਂ ਦੀ, ਜਿਹੜੇ ਕਿ ਉਹਨਾਂ ਨੂੰ ਅੱਛਾ ਜੀ ਦੇਖਣਗੇ ਕਿ ਇਹਨਾਂ ਦਾ ਕਿਸ ਮਿਆਰ ਦੇ ਉੱਤੇ ਇਹ ਪੇਪਰ ਪੜ੍ਹਿਆ ਗਿਆ। ਓਕੇ। ਔਰ ਉਸ ਤੋਂ ਬਾਅਦ ਅਸੀਂ ਇੱਕ ਸਰਵੇ ਫਾਰਮ ਬਣਾਇਆ ਹੈ। ਉਹ ਸਰਵੇ ਫਾਰਮ ਅਸੀਂ ਜਿੰਨੇ ਵੀ ਸੱਜੇ ਮਤ ਰਾਏ ਹੋਣਗੇ ਉਹਨਾਂ ਨੂੰ ਦਿੱਤਾ ਜਾਏਗਾ ਤਾਂ ਕਿ ਆਪਣਾ ਫੀਡਬੈਕ ਦੇਣ ਕਿ ਉਹਨਾਂ ਨੂੰ ਇਸ ਸਾਲ ਕੀ ਅੱਛਾ ਲੱਗਾ ਔਰ ਬਾਕੀ ਅਗਲੇ ਸਾਲ ਵਾਸਤੇ ਉਹ ਕੀ ਚਾਹੁੰਦੇ ਨੇ, ਤਾਂ ਕਿ ਉਸ ਮੁਤਾਬਕ ਅਸੀਂ ਕਾਨਫਰੰਸ ਨੂੰ ਲਾਈਏ। ਬਹੁਤ ਅੱਛੇ। ਇੱਕ ਤਾਂ ਇਹ ਹੈ। ਦੂਸਰਾ ਚੀਜ਼ ਇਹ ਹੈ ਕਿ ਜਿੱਦਾਂ ਮੈਂ ਅੱਗੇ ਵੀ ਬੇਨਤੀ ਕੀਤੀ ਹੈ ਕਿ ਕਹਾਣੀਆਂ ਬਬਾਣੀਆਂ ਪੁੱਤ ਸਪੁੱਤ ਕਰੇ ਔਰ ਜਿਹੜੀਆਂ ਸਾਡੀਆਂ ਕਹਾਣੀਆਂ ਨੇ ਜਾਂ ਬਬਾਣੀਆਂ ਨੇ ਜਾਂ ਇਤਿਹਾਸ ਸਾਡਾ ਹੈ, ਉਹ ਅਸੀਂ ਕਾਹਦੇ ਵਿੱਚ ਬੋਲਦੇ ਹਾਂ? ਆਪਣੀ ਪੰਜਾਬੀ 'ਚ ਬੋਲਦੇ ਹਾਂ। ਹੁਣ ਪੰਜਾਬੀ ਜਿਹੜੀ ਚੀਜ਼ ਹੈਗੀ ਹੈ, ਇਹ ਮੈਂ ਕਹਾਂਗਾ ਕਿ ਜਿਹੜਾ ਮਾਝ ਆਇਆ ਪੰਜਾਬ ਦਾ ਹੈ, ਅਗਰ ਉਹ ਆਪਣੀ ਪੰਜਾਬੀ ਨੂੰ ਪ੍ਰਮੋਟ ਨਹੀਂ ਕਰਦਾ ਹੈ, ਅਗਰ ਉਹ ਪੰਜਾਬੀ ਆਪਣੀ ਨੂੰ ਕਿੰਦੇ ਬੋਲਦਾ ਨਹੀਂ ਹੈ, ਆਪਣੇ ਬੱਚਿਆਂ ਤੱਕ ਪਹੁੰਚਾਉਂਦਾ ਨਹੀਂ ਹੈ, ਮੈਂ ਕਹਾਂਗਾ ਕਿ ਉਹ ਮਾਝ ਆਇਆ ਪੰਜਾਬ ਦਾ ਨਹੀਂ ਹੈ, ਉਹ ਆਪਣੀ ਮਾਂ ਨੂੰ ਨਰਾ ਰਿਹਾ ਹੈ। ਤੇ ਇਸ ਵਾਸਤੇ ਮੇਰੀ ਬੇਨਤੀ ਸਭ ਨੂੰ ਇਹ ਹੈ ਕਿ ਵੱਧ ਚੜ ਕੇ ਹਿੱਸਾ ਲਓ, ਵੱਧ ਚੜ ਕੇ ਇਸ ਕਾਨਫਰੰਸ ਨੂੰ ਵਧਾਓ, ਇਸ ਕਾਮਯਾਬ ਕਰੋ ਅਤੇ ਆਪਣੇ ਵਿਊਜ਼ ਦੱਸੋ ਕਿ ਅਸੀਂ ਇਸ ਪੰਜਾਬੀ ਨੂੰ ਅੱਗੇ ਕਿਵੇਂ ਲਿਜਾ ਸਕਦੇ ਹਾਂ। ਸਾਡੇ ਕਾਨਫਰੰਸ ਕਰਨ ਦਾ ਮਤਲਬ ਹੀ ਇਹ ਹੈ ਕਿ ਅਸੀਂ ਆਪਣੇ ਪੰਜਾਬੀ ਨਾਲ ਜੁੜੀਏ ਔਰ ਆਪਣੇ ਪੰਜਾਬੀ ਖਿੱਤੇ ਨੂੰ ਅੱਗੇ ਲੈ ਕੇ ਜਾਈਏ। ਬਹੁਤ ਵਧੀਆ ਤੁਸੀਂ ਗੱਲ ਆਖੀ ਹੈ ਜੀ, ਔਰ ਬੜੇ ਪੁਰਜੋਸ਼ ਮੈਂ ਕਹਾਂਗਾ ਅਪੀਲ ਸਾਡੇ ਦਰਸ਼ਕਾਂ ਤੱਕ ਤੁਸੀਂ ਕੀਤੀ ਹੈ, ਔਰ ਜ਼ਰੂਰ ਸਾਡੇ ਜਿਹੜੇ ਦਰਸ਼ਕ ਹਨ ਉਹ ਇਸ ਗੱਲ ਨੂੰ ਨੋਟਿਸ ਲੈਂਦੇ ਆ, ਇਸ ਗੱਲ ਦੇ ਉੱਤੇ ਅਮਲ ਵੀ ਕਰਨਗੇ। ਸੋ ਕੰਗ ਸਾਹਿਬ, ਅਕਸਰ ਇਹ ਗੱਲ ਜਿਹੜੀ ਚਰਚਾ 'ਚ ਆਉਂਦੀ ਹੈ ਕਿ ਹਰ ਇੱਕ ਬੰਦਾ ਇਹ ਕਹਿ ਦਿੰਦਾ ਹੈ ਕਿ ਮੈਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਿਹਾ ਜੀ। ਜਿਵੇਂ ਝੱਗਰ ਸਾਹਿਬ ਨੇ ਕਿਹਾ ਕਿ ਬੜੀ ਔਖੀ ਹੈ ਸੇਵਾ ਕਰਨੀ, ਪਰ ਇਹ ਹੈ ਕਿ ਹਰ ਇੱਕ ਦਾ ਫਰਜ਼ ਬਣਦਾ ਹੈ। ਆਪਾਂ ਕਿਸੇ ਹੋਰ ਪਾਸੇ ਨਾ ਜਾਂਦੇ ਹੋਏ ਮੈਂ ਇਹ ਜਾਣਨਾ ਚਾਹਾਂਗਾ ਕਿ ਇਹ ਜਿਹੜੀ ਚੇਟਕ ਹੈ, ਦੇਖੋ ਕੰਗ ਇਲੈਕਟ੍ਰੋਨਿਕਸ ਇੱਕ ਬੜਾ ਨਾਮ, CN ਟਾਵਰ ਜਿੱਡਾ ਉੱਚਾ ਨਾਮ, ਠੀਕ ਹੈ ਜੀ, ਔਰ ਇੰਨੇ ਲੰਮੇ ਸਮੇਂ ਤੋਂ ਤੁਸੀਂ ਆਪਣਾ ਉਹ ਸਥਾਨ, ਸੋਸਾਇਟੀ, ਕਮਿਊਨਿਟੀ, ਭਾਈਚਾਰੇ 'ਚ, ਦੇਸ਼ ਵਿਦੇਸ਼ 'ਚ ਪਤਾ ਹੈ ਜੀ। ਇਹ ਫਿਰ ਪੰਜਾਬੀ ਮਾਂ ਬੋਲੀ ਵਾਲੇ ਪਾਸੇ ਜਿਹੜਾ ਤੁਹਾਡਾ ਸਫ਼ਰ ਹੈ, ਇਹ ਕਿੱਦਾਂ ਸ਼ੁਰੂ ਹੋਇਆ? ਤੇ ਫਿਰ ਮੈਂ ਨਾਲ ਪੁੱਛਾਂਗਾ ਕਿਉਂ ਸ਼ੁਰੂ ਹੋਇਆ, ਕਿਉਂਕਿ ਕਹਿੰਦੇ ਨੇ ਜੀ ਜਿਹੜੇ ਕੰਮ ਅਜਿਹੇ ਕੰਮ ਹੁੰਦੇ ਨੇ ਨਾ ਜੀ, ਸਾਡੇ ਦਰਸ਼ਕ ਸਹਿਮਤ ਹੋਣਗੇ ਇਸ ਗੱਲ ਦੇ ਨਾਲ, ਮੈਂ ਇਹ ਪਹਿਲਾਂ ਹੀ ਦੱਸ ਦਿੰਦਾ ਕਿ ਇਹ ਜਿਹੜੇ ਕੰਮ ਨੇ ਜੀ, ਇਹ ਘਰ ਫੂਕ ਤਮਾਸ਼ਾ ਵੇਖਣ ਵਾਲੇ ਹੁੰਦੇ ਨੇ। ਇਹਦੇ ਵਿੱਚ ਜਿਹੜੇ ਹਾਰ ਨੇ ਜੀ ਉਹ ਕਿਸੇ ਹੋਰ ਕਿਸਮ ਦੇ ਪੈਂਦੇ ਨੇ। ਸੋ ਮੈਂ ਅੱਗੇ ਨਾ ਵੱਧਦਾ ਹੈ ਤੁਹਾਡੇ ਵੱਲ ਜਾਣਨਾ ਚਾਹਾਂਗਾ ਕਿਵੇਂ ਤੁਸੀਂ ਇੱਧਰ ਕਿਵੇਂ ਆ ਗਏ? ਮੈਂ ਜਦੋਂ ਆਪਣੇ ਬਿਜ਼ਨਸ ਦੇ ਵਿੱਚ ਸੀਗਾ ਤੇ ਮੇਰੇ ਕੋਲ 2-3 ਬੰਦੇ ਗਏ ਜੀ, ਤੇ ਉਹ ਕਹਿੰਦੇ ਜੀ ਅਸੀਂ ਵਰਲਡ ਪੰਜਾਬੀ ਕਾਨਫਰੰਸ ਕਰਾਉਣੀ ਆ।
ਹਾਂਜੀ ਮੈਂ ਕਿਹਾ ਉਹ ਕੀ ਹੁੰਦੀ ਆ ਜੀ 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 ਤੇ ਕਿਉਂਕਿ ਕਿੱਤਾ ਤੁਹਾਡਾ different ਸੀ। ਕਿੱਤਾ ਡਿਫਰੈਂਟ ਸੀ ਔਰ ਅਸੀਂ ਇੰਡੀਆ ਤੋਂ ਆਏ ਸੀ ਉਹ ਤੇ ਹਾਂਜੀ। ਆਉਂਦੇ ਆਪਣੇ ਕੰਮਾਂ 'ਚ ਕੰਮਕਾਰਾਂ 'ਚ ਲੱਗ ਰੱਜ ਗਏ ਤੇ ਉਹ ਮੁੜ ਕੇ ਜਦੋਂ ਮੈਂ ਕਹਿੰਦੇ ਜੀ ਸਾਨੂੰ ਮੂਹਰੇ ਬੰਦਾ ਚਾਹੀਦਾ, ਮਤਲਬ ਮੋਰੇ ਹਾਂਜੀ ਹਾਂ ਮੂਹਰੇ ਬੰਦਾ ਚਾਹੀਦਾ ਵੀ ਜਿਹੜਾ ਕਿ ਸਾਡੇ ਨਾਲ ਤੁਰੇ। ਮੈਂ ਕਿਹਾ ਵੀ ਇੱਦਾਂ ਕਰੋ, ਮੇਰਾ ਕਜ਼ਨ ਹੈਗਾ ਵਿਹਲਾ ਹੈਗਾ, ਉਹਨੂੰ ਤੋੜ ਦਿੰਦੇ ਉਹਨੂੰ ਮੈਂ ਨਾਲ ਦੇ ਦਿੰਦੇ ਆ। ਉਹ ਕਹਿੰਦੇ ਸਾਡੇ ਕੋਲ ਆਲਰੇਡੀ ਕੈਨੇਡਾ ਵਿੱਚ ਬੰਦੇ ਬਹੁਤ ਆ, ਬਿਲਕੁਲ ਅਸੀਂ ਤੁਹਾਡੇ ਕੋਲ ਇਸ ਕਰਕੇ ਆਏ ਆ ਵੀ ਸਾਨੂੰ ਉਹੋ ਜਿਹਾ ਬੰਦਾ ਚਾਹੀਦਾ ਜਿਹੜਾ ਕਿ ਪੈਸਾ ਖਰਚ ਕਰ ਸਕੇ, ਪੈਸਾ ਖਰਚੇ ਔਰ ਅਸਰ ਸੁਖ ਰੱਖਦਾ ਅਸਰ ਹੋਵੇ। ਸੁਖ ਰੱਖਦਾ ਹੋਵੇ। ਸਾਨੂੰ ਪਤਾ ਤੁਸੀਂ ਪੋਲਿਟਿਕਸ 'ਚ ਵੀ ਇੰਨੇ ਚ ਰਹੇ ਆ ਜੀ, ਜੀ, ਜੀ। ਤੇ ਕਿਉਂਕਿ ਮੈਂ ਜੌਨ ਕ੍ਰਿਸਚਨ ਦੇ ਟਾਈਮ ਤੇ ਐਡਵਾਈਜ਼ਰ ਸੀਗਾ ਉਸ ਟਾਈਮ, ਹਾਂਜੀ ਤੇ ਔਰ ਮੇਰਾ ਗੁਰਦੁਆਰੇ ਗੁਰੂ ਘਰਾਂ ਦੇ ਨਾਲ ਵੀ ਉਸ ਟਾਈਮ ਬੜਾ ਪਿਆਰ ਸੀ ਔਰ ਪ੍ਰੇਮ ਮੈਂ ਹੈ ਜੀ। ਆਪਣੇ ਵੱਲੋਂ ਕੁਛ ਇਹ ਕਰਦਾ ਵੀ ਜੋ ਪ੍ਰਮਾਤਮਾ ਨੇ ਦਿੱਤਾ ਇਹਨਾਂ ਕਰਕੇ ਦਿੱਤਾ ਔਰ ਮੈਂ ਕੁਛ ਨਾ ਕੁਛ ਉਹਦੇ ਬੱਟੇ ਕੁਛ ਦਿੱਤਾ ਚਲੋ, ਦੇਵਾਂ। ਜੀ, ਜੀ, ਬਾਅਦ ਦੇ ਵਿੱਚ ਦਸਵਾਂ। ਜਦੋਂ ਨਾ ਹਟੇ ਤਾਂ ਮੈਂ ਕਿਹਾ ਇਦਾਂ ਕਰਕੇ ਵੀ ਮੈਂ ਵਾਈਫ ਨਾਲ ਸਲਾਹ ਕਰਦਾ, ਮੈਂ ਆਲਰੇਡੀ ਇੰਨਾ ਬਿਜੀ ਆ ਵੀ ਇਹ ਨਹੀਂ, ਕਹਿੰਦੇ ਜੀ ਸਿਰਫ ਤੁਸੀਂ ਕੁਛ ਨਹੀਂ ਕਰਨਾ, ਸਿਰਫ ਤੁਹਾਡਾ ਇਹ ਨਾਂ ਯੂਜ਼ ਕਰਨਾ। ਤੇ ਇਹ ਵੀ ਮੁੜ ਕੇ ਜਦੋਂ ਉਹਨਾਂ ਨੇ 150-200 ਸਪਾਂਸਰਾਂ ਲੈ ਆਂਦੀਆਂ ਵੀ ਤੁਸੀਂ ਸਾਈਨ ਕਰ ਦਿਓ ਤੇ ਅਸੀਂ ਆਪਣੀ ਪ੍ਰਾਪਰਟੀ ਦਾ ਸਾਨੂੰ ਦੇ ਦਿਓ ਤਾਂ ਬੈਂਕ ਬੈਲੈਂਸ ਦੇ ਦਿਓ। ਤੇ ਉਸ ਤੋਂ ਬਾਅਦ ਫਿਰ ਚੱਲ ਪਿਆ ਸਿਲਸਿਲਾ ਜੀ। ਸਿਲਸਿਲਾ ਚੱਲ ਪਿਆ ਐਸਾ ਜਿਹੜਾ ਜਿੱਦਾਂ ਕਹਿੰਦੇ ਵੀ ਗੁਰੂ ਨਾਨਕ ਦੇਵ ਜੀ ਦਾ ਜਿਹੜੀ ਸਟੈਂਪ ਆ ਉਹਦੇ ਨਾਲ ਹੀ ਪਤਾ ਨਹੀਂ ਕਿੰਨੀ ਦੁਨੀਆ ਆਈ। ਹੋ ਗਈ ਇਹ ਮੈਂ ਕਹਿੰਦਾ ਵੀ ਜਿਹੜਾ ਮੇਰਾ ਵਾਹਿਗੁਰੂ ਪੈਨ ਸੀਗਾ ਉਹਦੇ ਨਾਲ ਇਹ ਪਤਾ ਲੱਗਦਾ ਜਦੋਂ ਮੈਂ ਇੰਡੀਆ ਜਾਣਾ। ਹਾਂਜੀ ਮੈਨੂੰ ਇੱਥੇ ਨਹੀਂ ਪਤਾ ਵੀ ਮੈਨੂੰ ਕਿੰਨੀ ਕੁ ਦੁਨੀਆ ਉੱਥੇ ਚਾਹੁੰਦੀ ਆ ਵੀ ਬਿਨਾਂ ਮਤਲਬ ਤੋਂ ਸਾਨੂੰ ਜਾਣਦਾ ਵੀ ਨਹੀਂਗਾ। ਇਹਨੇ ਸਾਡੇ ਲਈ ਸਪਾਂਸਰਸ਼ਿਪਾਂ ਭੇਜੀਆਂ। ਮੈਂ ਜਲੰਧਰ ਵੀ ਗਿਆ ਮਾਤਾ ਸੁੰਦਰੀ ਕਾਲਜ ਦੇ ਵਿੱਚ। ਜਦੋਂ ਮਾਤਾ ਸੁੰਦਰੀ ਕਾਲਜ ਦੇ ਵਿੱਚ ਮੈਂ ਗਿਆ, ਮੇਰੇ ਖਿਆਲ ਆ ਵੀ ਸਭ ਤੋਂ ਵੱਡੇ ਉੱਥੇ ਲੇਖਕ ਔਰ ਪ੍ਰੋਫੈਸਰ ਯੂਨੀਵਰਸਿਟੀਆਂ ਦੇ ਆਏ ਸੀ। ਸਾਰੇ ਜਿਹੜੇ ਆ ਖੜੇ ਹੋ ਗਏ ਉੱਠ ਕੇ, ਕਹਿੰਦੇ ਅਸੀਂ ਵੀ ਤੁਹਾਡੇ ਸਪਾਂਸਰ ਤੇ ਗਏ, ਅਸੀਂ ਵੀ ਤੁਹਾਡੇ ਸਪਾਂਸਰ ਤੇ। ਤੁਹਾਨੂੰ ਯਾਦ ਵੀ ਨਹੀਂ ਹੋਣੇ? ਮੈਨੂੰ ਤਾਂ ਯਾਦ ਵੀ ਨਹੀਂਗਾ ਹੁਣ ਵੀ, ਜਦੋਂ ਮੈਂ ਹੁਣ ਗਿਆ ਆ ਲਾਸਟ ਈਅਰ ਇਹੋ ਜਿਹਾ ਹੀ ਫਿਰ ਦਿੱਲੀ ਦੇ ਵਿੱਚ ਵੀ ਇਹੋ ਚੀਜ਼ ਦੇਖਣ ਨੂੰ ਮਿਲੀ। ਪ੍ਰਮਾਤਮਾ ਨੇ ਇਹ ਬਲ ਬਖਸ਼ਿਆ ਔਰ ਮੈਂ ਚਾਹੁੰਦਾ ਵੀ ਪ੍ਰਮਾਤਮਾ ਇਸ ਤਰ੍ਹਾਂ ਸਾਡੀ ਇੱਜ਼ਤ ਰੱਖੇ ਔਰ ਵੱਧ ਤੋਂ ਵੱਧ ਸਾਡੇ ਕੋਲ ਜਿੰਨੇ ਕੋਸ਼ਿਸ਼ ਕਰਦੇ ਹਾਂ ਜਿੰਨੇ ਵੱਧ ਤੋਂ ਵੱਧ ਸਾਡੇ ਕੋਲ ਇੰਡੀਆ ਤੋਂ ਹੋਰ ਕੰਟਰੀਆਂ ਤੋਂ ਆਉਣ ਔਰ ਕੁਛ ਨਾ ਕੁਛ ਸਾਨੂੰ ਦੇਣ, ਸਾਡੇ ਤੋਂ ਸਿੱਖ ਕੇ ਜਾਣ। ਬਹੁਤ ਅੱਛੇ। ਸੋ ਇਹ ਤੁਸੀਂ ਇੱਕ ਸੁਨੇਹਾ ਵੀ ਦੇ ਦਿੱਤਾ, ਸੱਦਾ ਵੀ ਦੇ ਦਿੱਤਾ। ਜਿਹੜੇ ਵੀ ਵਿਦੇਸ਼ਾਂ ਦੇ ਵਿੱਚ ਵਸਦੇ ਨੇ ਸਾਡੇ ਪੰਜਾਬੀ ਲੇਖਕ ਜਾਂ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ, ਤੁਸੀਂ ਉੱਦਾਂ ਵੀ ਅਕਸਰ ਜਾਂਦੇ ਹੋਵੋਗੇ ਕਿਤੇ ਛੁੱਟੀਆਂ ਕੱਟਣ ਲਈ। ਸੋ 29-30 ਜੁਲਾਈ ਦਾ ਜਿਹੜਾ ਦਿਨ ਹੈ ਜੀ, ਇਸ ਦਿਨ ਜੇ ਦੁਬਈ ਚੋਂ ਜਾਂ ਤੁਸੀਂ ਅਮਰੀਕਾ ਚੋਂ ਜਾਂ ਕੈਨੇਡਾ ਦੇ ਕਿਸੇ ਹੋਰ ਸ਼ਹਿਰ ਚੋਂ, ਤਾਂ ਤੁਸੀਂ ਬਿਲਕੁਲ ਟੋਰਾਂਟੋ ਦੇ ਵਿੱਚ ਆਓ ਔਰ ਤੁਹਾਡਾ ਅਸੀਂ ਜਿਹੜਾ ਹੈ ਜੀ ਉਹ ਜੀ ਆਇਆਂ ਨੂੰ ਤੁਹਾਨੂੰ ਆਖਾਂਗੇ। ਔਰ ਵਿਸ਼ਵ ਪੰਜਾਬੀ ਕਾਨਫਰੰਸ ਟੋਰਾਂਟੋ ਦਾ ਸ਼ਿੰਗਾਰ ਬਣੋ, ਆਪਣੇ ਪਰਿਵਾਰਾਂ ਨੂੰ ਨਾਲ ਲੈ ਕੇ ਆਓ ਤੇ ਨਾਲ ਦੀ ਨਾਲ ਇੱਥੋਂ ਦੇ ਜਿਹੜੇ ਲਾਗਲੇ ਸ਼ਹਿਰਾਂ ਦੇ ਜਿਹੜੇ ਟੂਰਿਜ਼ਮ ਪਲੇਸਿਸ ਨੇ ਉਹਨਾਂ ਨੂੰ ਵਿਜ਼ਿਟ ਕਰੋ। ਨਿਆਗਰਾ ਫਾਲ ਸਾਡੇ ਬਿਲਕੁਲ ਲੱਗ ਗਿਆ ਔਰ ਖਾਸ ਤੌਰ ਦੇ ਉੱਤੇ ਇਹ ਇੱਕ ਤੁਸੀਂ ਟ੍ਰਿਪ ਮੇਰੇ ਖਿਆਲ ਪਲਾਨ ਇੱਦਾਂ ਕਰ ਸਕਦੇ ਹੋ। ਸੋ ਕੰਗ ਸਾਹਿਬ, ਇਹ ਤਾਂ ਹੋ ਗਈ ਤੁਸੀਂ ਜੁੜ ਗਏ ਪੰਜਾਬੀ ਮਾਂ ਬੋਲੀ ਦੇ ਸੇਵਾ ਦੇ ਵਿੱਚ ਜੁੜ ਗਏ ਔਰ ਅੱਜ 8ਵਾਂ ਜਿਹੜਾ ਜੀ 8ਵੀਂ ਵਿਸ਼ਵ ਪੰਜਾਬੀ ਕਾਨਫਰੰਸ ਜਿਹੜੀ ਉਹ ਕਰਵਾ ਰਹੇ ਹੋ। ਔਰ ਇਸ ਤੋਂ ਇਲਾਵਾ ਮੈਨੂੰ ਬਹੁਤ ਸਾਰੀਆਂ ਤੁਹਾਡੀਆਂ ਜਿਹੜੀਆਂ ਹੋਰ ਅਦਰ ਦੈਨ ਕਾਨਫਰੰਸ ਤੋਂ ਇਲਾਵਾ ਜਿਹੜੇ ਤੁਸੀਂ ਸੈਮੀਨਾਰਸ ਔਰ ਵੱਖ-ਵੱਖ ਵਿਸ਼ਿਆਂ ਦੇ ਉੱਤੇ ਸਾਲ ਦੇ ਵਿੱਚ ਹਰ 10-12 ਉਹ ਕਰਵਾ ਦਿੰਦੇ ਹੋ। ਸੋ ਇਹ ਮੈਨੂੰ ਦੱਸੋ ਕਿ ਇਹ ਐਨਰਜੀ ਕਿੱਥੋਂ ਮਿਲਦੀ ਹੈ? ਜਦੋਂ ਇਦਾਂ ਦੇ ਸਾਨੂੰ ਮੇਰਾ ਇਹ ਮਤਲਬ ਨਹੀਂਗਾ, ਮੈਨੂੰ ਜਿਹੜਾ ਬੰਦਾ ਚੰਗਾ ਲੱਗੇ, ਸਾਫ਼ ਸੁਥਰਾ ਲੱਗੇ, ਮੈਂ ਉਹਦੇ ਜਾ ਕੇ ਪੈਰ ਵੀ ਫੜ ਲੈਂਦਾ। ਕੀ ਬਾਤ ਹੈ, ਸਾਡੇ ਨਾਲ ਤੁਰੋ। ਕੀ ਬਾਤ ਹੈ। ਕਿਉਂਕਿ ਤੁਸੀਂ ਸਿੱਖੋ, ਤੁਸੀਂ ਇਹ ਨਾ ਕਹੋ ਵੀ ਮੈਂ ਜਾਣਦਾ, ਮੈਂ ਪਤਾ ਆ। ਮੈਂ ਹਰ ਵੇਲੇ ਜਦੋਂ ਵੀ ਮੇਰੀ ਰਿਕਾਰਡਿੰਗ ਹੁੰਦੀ ਮੈਂ ਇਹੋ ਕਹਿੰਦਾ ਤੁਸੀਂ ਸਾਨੂੰ ਸੁਝਾਅ ਦਿਓ। ਹਾਂ, ਅਸੀਂ ਕਿਸ ਤਰ੍ਹਾਂ ਇਦੋਂ ਵਧੀਆ। ਹੁਣ ਵੀ ਤੁਸੀਂ ਸਾਡੀ ਮੈਨੇਜਮੈਂਟ ਨੂੰ ਫੋਨ ਕਰੋ, ਫੋਨ ਕਰਕੇ ਦੱਸੋ ਇਸ ਵਿਸ਼ੇ ਤੇ ਵਿੱਚ ਇੱਕ ਪੇਪਰ ਸਾਡਾ ਵੀ ਪੜਾਓ। ਕੋਈ ਵੀ ਪੇਪਰ ਪੜ੍ਹਨਾ ਚਾਹੁੰਦਾ ਨਾ ਹਲੇ, ਜਾਂ ਆਪਣੇ ਕੋਈ ਕਵਿਤਾ ਦੇ ਵਿੱਚ ਦੱਸਣਾ ਚਾਹੁੰਦਾ ਆ, ਉਹ ਆ ਸਕਦਾ ਔਰ ਆਪਣੇ ਦੱਸ ਸਕਦਾ ਸਾਨੂੰ ਵੀ ਮੈਂ ਇਸ ਵਿਸ਼ੇ ਤੇ ਬੋਲਣਾ, ਜਿਹਦਾ ਕਿ ਕਿਸੇ ਨਾ ਕਿਸੇ ਦਾ ਭਲਾ ਹੋ ਸਕੇ। ਬਹੁਤ ਵਧੀਆ ਜੀ। ਸੋ ਮੈਂ ਚੱਕਰ ਸਾਹਿਬ ਤੁਹਾਡੇ ਕੋਲੋਂ ਦੁਬਾਰਾ ਆਉਣਾ ਹੈ ਔਰ ਇੱਕ ਤਾਂ ਦੁਬਾਰਾ ਫੇਰ ਦੱਸ ਦਿਓ ਸਥਾਨ ਔਰ ਤਾਰੀਖਾਂ, ਔਰ ਇਹਦੇ 'ਚ ਇਹ ਵੀ ਦੱਸੋ ਕਿ ਇਹਦੀ ਕੋਈ ਟਿਕਟ ਵਗੈਰਾ ਵੀ ਹੈ, ਕੌਣ ਆ ਸਕਦਾ ਹੈ ਜਾਂ ਕਿਵੇਂ, ਉਹਦੇ ਬਾਰੇ ਥੋੜਾ ਜਿਹਾ ਜੀ। ਨਾਰ ਸਾਹਿਬ, ਪਹਿਲੀ ਗੱਲ ਤੁਸੀਂ ਟਿਕਟ ਦੀ ਕੀਤੀ ਹੈ। ਜਿੱਥੇ ਤੱਕ ਵਿਸ਼ਵ ਪੰਜਾਬੀ ਕਾਨਫਰੰਸ ਦਾ ਤਾਲੁਕ ਹੈ, ਇਹ ਪੰਜਾਬੀ ਮਾਂ ਬੋਲੀ ਦਾ ਪ੍ਰਚਾਰ ਕਰਨ ਵਾਸਤੇ ਹੈ ਜੀ, ਔਰ ਇਸ ਉੱਤੇ ਟਿਕਟ ਰੱਖਾਂਗੇ ਤਾਂ ਸਾਨੂੰ ਸ਼ਰਮ ਆਏਗੀ। ਠੀਕ ਹੈ ਜੀ। ਜੋ ਵੀ ਮਾਈ ਭਾਈ ਉੱਥੇ ਆਏਗਾ ਉਸ ਦੀ ਪੂਰੀ ਤਰ੍ਹਾਂ ਉਹਦੇ ਰਾਹ ਸੇਵਾ ਕੀਤੀ ਜਾਏਗੀ
ਉਸ ਨੂੰ ਚਾਹ ਪਾਣੀ ਪਿਲਾਇਆ ਜਾਵੇਗਾ, ਉਸ ਨੂੰ ਲੰਚ ਖਵਾਇਆ ਜਾਵੇਗਾ, ਉਸ ਨੂੰ ਆਓ ਜੀ ਆਇਆ ਆਖਿਆ ਜਾਏਗਾ। ਔਰ ਕਿਉਂ ਕਿ ਉਹ ਸਾਡੀ ਮਾਂ ਬੋਲੀ ਵਾਸਤੇ ਸਮਾਂ ਕੱਢ ਕੇ ਆਇਆ ਹੈ। ਪਹਿਲੀ ਗੱਲ ਤਾਂ ਇਹ ਹੈ। ਦੂਸਰੀ ਬੇਨਤੀ ਹੈ ਕਿ ਇਹ ਸੈਂਚਰੀ ਗਾਰਡਨ ਆਪਣਾ ਜੋ ਹੈ ਸੈਂਚਰੀ ਗਾਰਡਨ ਡੈਕੋਰੇਸ਼ਨ ਸੈਂਟਰ 340 ਵੁਡਨ ਸਟਰੀਟ ਈਸਟ ਬਰੈਂਪਟਨ ਵਿਖੇ ਹੋ ਰਹੀ ਹੈ। ਔਰ ਹੋ ਕਦੋਂ ਰਹੀ ਹੈ? 29 ਔਰ 30 ਜੁਲਾਈ ਨੂੰ। ਔਰ ਸਮਾਂ ਕੀ ਇਸ ਦਾ ਹੈ? 10 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਦੋਨੇ ਦਿਨ ਇਹ ਉੱਥੇ ਹੋਏਗੀ। ਔਰ ਮੈਂ ਫਿਰ ਬੇਨਤੀ ਕਰਾਂਗਾ ਸਭ ਨੂੰ ਹੱਥ ਜੋੜ ਕੇ ਕਿ ਸਾਰਿਆਂ ਨੇ ਹੁਮ ਹੁਆ ਕੇ ਦਰਸ਼ਨ ਦੇਣੇ ਹੈ। ਜੋ ਆਪਣੀ ਪੰਜਾਬੀ ਨਾਲ, ਆਪਣੀ ਪੰਜਾਬੀ ਬੋਲੀ ਨਾਲ, ਆਪਣੀ ਪੰਜਾਬੀ ਮਾਂ ਨਾਲ ਜੁੜੇ ਹੋਏ ਨੇ, ਉਹ ਤਾਂ ਮੈਂ ਕਹਾਂਗਾ ਕਿ ਜ਼ਰੂਰ ਆਉਣਗੇ। ਔਰ ਮੇਰਾ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਹੈ। ਔਰ ਇੱਥੇ ਦਰਸ਼ਕਾਂ ਨੂੰ ਇਹ ਵੀ ਦੱਸਣਾ ਅਸੀਂ ਲਾਜ਼ਮੀ ਸਮਝਦੇ ਹਾਂ ਕਿ ਇਹ ਨਾ ਸੋਚ ਲਿਓ ਕਿ ਸਿਰਫ ਚੜ੍ਹਦੇ ਪੰਜਾਬ ਦੇ ਪੰਜਾਬੀਆਂ ਨੇ ਆਉਣਾ ਹੈ। ਇੱਥੇ ਜਿਵੇਂ ਕੰਗ ਸਾਹਿਬ ਨੇ ਦੱਸਿਆ, ਇਹਨਾਂ ਦੀ ਟੀਮ ਦੇ ਵਿੱਚ ਲਹਿੰਦੇ ਪੰਜਾਬ ਦੇ ਬਹੁਤ ਸਾਰੇ ਆਲਾ ਦਰਜੇ ਦੇ ਜਿਹੜੇ ਲੇਖਕ ਔਰ ਜਿਹੜੇ ਸ਼ਾਹਕਾਰ ਹੋਏ ਨੇ, ਉਹ ਵੀ ਇਸ ਟੀਮ ਦਾ ਹਿੱਸਾ ਹਨ। ਸੋ ਪਾਕਿਸਤਾਨ ਪੰਜਾਬ ਤੇ ਭਾਰਤ ਦਾ ਪੰਜਾਬ ਜਾਂ ਦੁਨੀਆ 'ਚ ਵਸਦਾ ਪੰਜਾਬ, ਜਿਹੜਾ ਜਿਵੇਂ ਅਸੀਂ ਅਕਸਰ ਗੱਲਾਂ ਕਰਦੇ ਹਾਂ, ਹਰ ਆਸਟ੍ਰੇਲੀਆ, ਅਮਰੀਕਾ, ਨਿਊਜ਼ੀਲੈਂਡ, ਕੈਨੇਡਾ, ਯੂਰਪੀਅਨ ਕੰਟਰੀਜ਼ ਦੇ ਵਿੱਚ ਜਾਂ ਦੁਬਈ ਦੇ ਵਿੱਚ, ਉਹ ਸਾਰੇ ਵੀ ਇੱਥੇ ਇਸ ਕਾਨਫਰੰਸ ਦਾ ਹਿੱਸਾ ਬਣ ਸਕਦੇ ਨੇ। ਸੋ ਕੰਗ ਸਾਹਿਬ, ਤੁਸੀਂ ਗੱਲ ਆਖੀ ਸੀ ਕਿ ਲੇਖਕਾਂ ਨੂੰ ਤੁਸੀਂ ਇੱਕ ਅਪੀਲ ਕੀਤੀ ਸੀ, ਉਹਦੇ ਵਿੱਚ ਥੋੜਾ ਜਿਹਾ ਹੋਰ ਦੱਸੋ ਕਿ ਸਿਰਫ ਲੇਖਕ ਹੀ ਨੇ ਜਾਂ ਕਵੀ ਦਰਬਾਰ ਜਾਂ ਕੁਝ ਇਦਾਂ ਦਾ ਕੁਝ ਹੋਰ ਵੀ ਹੋਏਗਾ ਵੰਨਗੀ, ਜੇਕਰ ਆਪਾਂ ਦੇਖੀਏ ਪੰਜਾਬੀ ਮਾਂ ਬੋਲੀ ਨਾਲ? ਕਿਉਂਕਿ ਲਾਸਟ ਜਿਹੜਾ ਸਾਡਾ ਹਮੇਸ਼ਾ ਅਸੀਂ ਕਵੀ ਦਰਬਾਰ ਜਿਹੜਾ 1 ਘੰਟਾ ਕਵੀ ਦਰਬਾਰ ਨੂੰ ਦਿੰਨੇ ਆ ਜੀ, ਤੇ ਕਿਉਂਕਿ ਕਵੀ ਦਰਬਾਰ ਜਿਹੜਾ ਕਾਨਫਰੰਸ ਦਾ ਇੱਕ ਵੱਡਾ ਹਿੱਸਾ ਆ। ਬਹੁਤ ਅੱਛੇ। ਕਿਉਂਕਿ ਕਈ ਜਿਹੜੇ ਆ ਵੀ 1 ਮਿੰਟ ਦੇ ਵਿੱਚ ਹੀ ਉਹ ਐਡਾ ਵੱਡਾ ਲੋਕਾਂ ਨੂੰ ਦੱਸ ਜਾਂਦੇ ਆ, ਸੁਨੇਹਾ ਦੇਂਦੇ ਆ, ਜਿਹੜਾ ਕਿ ਅਸੀਂ 2 ਦਿਨ ਵਿੱਚ ਵੀ ਨਹੀਂ ਦੇ ਸਕਦੇ। ਕਿਉਂਕਿ ਕਵੀ ਹੁੰਦੇ, ਕਵੀ ਜਿਹੜੇ ਆ ਬਹੁਤ, ਕਿਉਂਕਿ ਹਮੇਸ਼ਾ ਹੀ ਸਾਡਾ ਸਸਫਲ ਹੋਣ ਦਾ ਕਾਰਨ ਜਿਹੜਾ ਇਹੋ ਹੀ ਆ ਵੀ ਸਾਡੇ ਕੋਲ ਜਿਹੜਾ ਕਵੀ ਦਰਬਾਰ ਹੈ, ਕਵੀ ਦਰਬਾਰ ਦੇ ਵਿੱਚ ਆਣ ਕੇ ਘੱਟੋ ਘੱਟ ਅਸੀਂ 1 ਘੰਟੇ ਵਿੱਚ ਹੀ ਮੇਰਾ ਖਿਆਲ 30-40 ਕਵੀ ਨਗਾਰ ਨੇ। ਉਦੋਂ ਬਾਅਦ ਸਾਡੇ ਕੋਲ ਹੋਰ ਵੀ, ਕਿਉਂਕਿ ਇਸ ਵੇਲੇ ਖੁੱਲਾ ਟਾਈਮ ਹੈ ਸਾਡੇ ਕੋਲ, ਕਿਉਂਕਿ ਜਿੰਨੀਆਂ ਹੀ ਕਾਨਫਰੰਸਾਂ ਕਰਾਈਆਂ ਅੱਗੇ ਉਹ ਹੁੰਦੀਆਂ ਬੈਂਕਟ ਹਾਲ ਦੇ ਵਿੱਚ। ਬੈਂਕਟ ਹਾਲ ਸਾਨੂੰ 5 ਵਜੇ ਖਾਲੀ ਕਰਕੇ ਦੇਣਾ ਪੈਂਦਾ ਸੀ। ਐਤਕੀ ਜਿਹੜਾ ਇੱਥੇ ਅਸੀਂ 8 ਵਜੇ ਤੱਕ, ਸਾਡੇ ਕੋਲ ਸੰਡੇ ਜਿਹੜਾ 8 ਵਜੇ ਤੱਕ ਹੈਗਾ। ਬਹੁਤ ਅੱਛਾ। ਤੇ ਜਿਹੜਾ 7 ਵਜੇ ਤੱਕ ਸੈਚਰਡੇ ਹੈਗਾ, ਕਿਉਂਕਿ ਜੇ ਸਾਡੇ ਕੋਲ ਟਾਈਮ ਘੱਟ ਵੀ ਲੱਗੂਗਾ 1 ਘੰਟਾ ਅਸੀਂ ਉਹਨਾਂ ਤੋਂ ਹੋਰ ਵੀ ਲੈ ਸਕਦੇ ਹਾਂ। ਬਹੁਤ ਵਧੀਆ। ਸੋ ਮੈਂ ਆਪਣੇ ਦਰਸ਼ਕਾਂ ਨੂੰ ਦੱਸ ਦਿਆਂ, 29 ਅਤੇ 30 ਜੁਲਾਈ 2023 ਦਿਨ ਪੈਂਦਾ ਜੀ ਸ਼ਨੀਵਾਰ ਅਤੇ ਐਤਵਾਰ। 340 ਵਾਰਡਨ ਸਟਰੀਟ ਈਸਟ, ਜਿਸ ਨੂੰ ਕਿ ਅਕਸਰ ਟੋਰਾਂਟੋ ਨਿਵਾਸੀ ਜਿਹੜੇ ਹਨ ਜੀ, ਬਰੈਂਪਟਨ ਨਿਵਾਸੀ ਜਾਣਦੇ ਹਨ ਸੈਂਚਰੀ ਗਾਰਡਨਸ ਰਿਕ੍ਰੀਏਸ਼ਨ ਸੈਂਟਰ ਦੇ ਨਾਂ ਦੇ ਨਾਲ। ਸੋ ਉੱਥੇ ਖੁੱਲੀ ਪਾਰਕਿੰਗ ਹੈ, ਬੱਸਾਂ ਆਉਂਦੀਆਂ ਨੇ, ਤੁਸੀਂ ਉੱਥੇ ਜ਼ਰੂਰ ਪਹੁੰਚੋ। ਔਰ ਤੁਸੀਂ ਆਏ ਦੋਨੋਂ ਵਿਸ਼ਵ ਪੰਜਾਬੀ ਕਾਨਫਰੰਸ ਦੀ ਗੱਲਬਾਤ ਸਾਡੇ ਦਰਸ਼ਕਾਂ ਦੇ ਨਾਲ, ਹੈਲੋ ਕੈਨੇਡਾ ਦੇ ਦਰਸ਼ਕਾਂ ਨਾਲ ਸਾਂਝੀ ਕੀਤੀ। ਇਹਦੇ ਲਈ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦੀ ਹਾਂ ਤੇ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਦਿਨਾਂ 'ਚ ਬਹੁਤ ਸਫਲ ਕਾਨਫਰੰਸ ਹੋ ਨਿਬੜੇਗੀ। ਬੇਨਤੀ ਮੇਰੀ ਹੈ ਨਾਗਰ ਸਾਹਿਬ ਕਿ ਜਿੱਥੇ ਤੁਸੀਂ ਸਾਨੂੰ ਇਸ ਕੈਨੇਡਾ TV ਤੇ ਬੁਲਾਇਆ, ਤੇ ਸਾਡੀ ਬੇਨਤੀ ਤੁਹਾਨੂੰ ਇਹ ਵੀ ਹੈ ਕਿ ਤੁਸੀਂ ਵੀ ਯੋਗਦਾਨ ਪਾਓ ਇਸ ਆਪਣੀ ਵਿਸ਼ਵ ਪੰਜਾਬੀ ਕਾਨਫਰੰਸ ਦੇ ਵਿੱਚ, ਇਸ ਨੂੰ ਸਫਾ ਬਣਾਓ। ਤੁਹਾਡੇ ਵਰਗੇ ਇਨਸਾਨ ਜਦੋਂ ਸਾਡਾ ਜੁੜ ਹੁੰਦੇ ਹੈ ਤੇ ਫਿਰ ਵਾਹ 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 ਹੁੰਦੀ। ਆ ਲੋ ਜੀ, ਯੋਗਦਾਨ ਆਪਣਾ ਅੱਜ ਸ਼ੁਰੂ ਹੋ ਗਿਆ ਪੈਣਾ ਤੋਂ, ਤੇ ਇਸ ਉਮੀਦ ਤੇ ਆਸ ਦੇ ਨਾਲ ਕਿ 29-30 ਜੁਲਾਈ ਨੂੰ ਤੁਸੀਂ ਰੈਕ੍ਰੀਏਸ਼ਨ ਸੈਂਟਰ ਜਿਹੜਾ ਹੈ ਉਸ ਦੇ ਵਿੱਚ ਹੁਮਾ ਕੇ ਪਹੁੰਚੋਗੇ। ਹੁਣ ਇਜਾਜ਼ਤ ਲੈਂਦੇ ਆ। ਕੰਗ ਸਾਹਿਬ ਤੁਹਾਡਾ ਤੇ ਚੱਗਰ ਸਾਹਿਬ ਤੁਹਾਡਾ ਸਟੂਡੀਓ 'ਚ ਆਉਣ ਲਈ ਬਹੁਤ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ, ਜਿਹੜਾ ਕਿ ਸਾਨੂੰ ਤੁਸੀਂ ਲਿਆਂਦਾ ਇੱਥੇ। ਔਰ ਕੋਈ ਵੀ ਜਿਹੜਾ ਟੈਲੀਫੋਨ ਨੰਬਰ ਨਾਗਰਾ ਸਾਹਿਬ ਦਾ ਵੀ ਨੰਬਰ 'ਤੇ ਤੁਸੀਂ ਮੈਸੇਜ ਕਰ ਸਕਦੇ ਆ ਔਰ ਗੱਲਬਾਤ ਕਰ ਸਕਦੇ ਆ। ਕੋਈ ਵੀ ਕਿਸੇ ਬੰਦੇ ਨੂੰ ਕੋਈ ਚਾਹੀਦੀ ਆ ਇਨਕੁਆਇਰੀ ਕੋਈ ਹੋਰ, ਤਾਂ ਇਹਨਾਂ ਤੋਂ ਲੈ ਲਓ ਜੀ। ਬਹੁਤ ਬਹੁਤ ਮਿਹਰਬਾਨੀ ਜੀ। ਸਤਿ ਸ਼੍ਰੀ ਅਕਾਲ ਜੀ।